ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਇਹਨਾਂ तमाम ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੋਟ ਦੇ ਨਾਲ। ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਸੋ ਮਨਦੀਪ ਜੀ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਜੁੜੀ ਹੋਈ ਖਬਰ ਦੀ ਅਸੀਂ ਪਹਿਲਾਂ ਗੱਲ ਕਰ ਲੈਂਦੇ ਹਾਂ। मूल निवासियों के नाम के उपर जो दिन मनाया गया, जिथे ਜਿਹੜੇ ਸਕੂਲਾਂ ਦੇ ਪੀੜਤ ਸਨ, ਵਿਕਟਮ ਸਨ ਰੈਜ਼ੀਡੈਂਸ਼ੀਅਲ ਸਕੂਲਾਂ ਦੇ, ਉਹਨਾਂ ਨੂੰ ਯਾਦ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪੂਰੇ ਪਰਿਵਾਰ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਛੁੱਟੀ ਮਨਾਉਣ ਦੇ ਲਈ ਜਾਂਦੇ ਨੇ। ਪਰ ਦੂਜੇ ਪਾਸੇ ਹੁਣ ਇਹ ਵੀ ਚਰਚਾ ਛਿੜ ਰਹੀ ਹੈ ਕਿ ਜੋ ਉਹਨਾਂ ਵੱਲੋਂ ਕੀਤਾ ਗਿਆ ਉਹ ਗਲਤ ਹੈ। ਸੋ ਇਹ ਜੋ ਪੂਰਾ ਮਾਮਲਾ ਸਾਹਮਣੇ ਆਇਆ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ ਜੀ, ਇਹਦੇ ਸੰਬੰਧੀ ਚਰਚਾ ਜਿਹੜੀ ਅੱਜ ਚੱਲ ਰਹੀ ਹੈ ਲਗਾਤਾਰ, ਕਿਉਂਕਿ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਖਾਸ ਕਰਕੇ ਪੂਰੇ ਕੈਨੇਡਾ ਵਿੱਚ ਕੱਲ੍ਹ ਇੱਕ ਖਾਸ ਦਿਹਾੜਾ ਮਨਾਇਆ ਗਿਆ। ਪਹਿਲੀ ਵਾਰ ਕੈਨੇਡਾ ਦੇ ਇਤਿਹਾਸ 'ਚ ਛੁੱਟੀ ਹੋਈ ਆ, ਜਿਹਦੇ ਵਿੱਚ ਮੂਲ ਨਿਵਾਸੀ ਭਾਈਚਾਰੇ ਨੂੰ ਔਰ ਇਸ ਭਾਈਚਾਰੇ ਤੋਂ ਜਿਹੜੇ ਪੀੜਤ ਨੇ, ਖਾਸ ਕਰਕੇ ਰੈਸੀਡੈਂਟਲ ਸਕੂਲਾਂ ਦੇ, ਜਿਹਦੇ ਵਿੱਚ 1800 ਜੇਕਰ ਅਸੀਂ ਕਰੀਏ ਤਾਂ 70 ਤੋਂ ਲੈ ਕੇ 1996 ਤੱਕ ਜਿਹੜੇ ਸਕੂਲ ਚੱਲੇ ਆ, ਉਹਦੇ ਵਿੱਚ ਕਾਫੀ ਲੰਬਾ ਸਮਾਂ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਜ਼ਬਰਦਸਤੀ ਮੂਲ ਨਿਵਾਸੀ ਭਾਈਚਾਰੇ ਦੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਸੀ 4 ਸਾਲ ਤੋਂ ਲੈ ਕੇ 16 ਸਾਲ ਦੀ ਉਮਰ ਤੱਕ। ਸੋ ਉਹਦੇ ਸੰਬੰਧੀ ਜਿਹੜਾ ਸੀ ਇਹ ਦਿਹਾੜਾ ਮਨਾਇਆ ਗਿਆ। ਥਾਂ ਥਾਂ ਤੇ ਗੋਸ਼ਟੀਆਂ ਵੀ ਹੋਈਆਂ, ਸ਼ਰਧਾਂਜਲੀ ਸਮਾਗਮ ਵੀ ਹੋਏ ਔਰ ਪਾਰਲੀਮੈਂਟ ਹਿੱਲ ਦੇ ਬਾਹਰ ਵੀ ਇੱਕ ਦਿਨ ਪਹਿਲਾਂ ਰਾਤ ਨੂੰ ਜਿਹੜਾ ਸੀ ਖਾਸ ਸਮਾਗਮ ਹੋਇਆ, ਜਿਸ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੇ ਸ਼ਮੂਲੀਅਤ ਵੀ ਕੀਤੀ ਸੀ। ਪਰ ਅਗਲੇ ਦਿਨ ਵੀ ਪਤਾ ਲੱਗਾ ਕਿ ਉਹਨਾਂ ਨੇ ਕੁਝ ਫੋਨ ਕਾਲਸ ਕੀਤੀਆਂ, ਵੱਖ-ਵੱਖ ਜਿਹੜੇ ਆਗੂ ਨੇ ਮੂਲ ਨਿਵਾਸੀ ਭਾਈਚਾਰੇ ਦੇ, ਉਹਨਾਂ ਨਾਲ ਗੱਲਬਾਤ ਕੀਤੀ ਫੋਨ ਦੇ ਉੱਤੇ ਔਰ ਉਹਨਾਂ ਨਾਲ ਜਿਹੜੀ ਸੀ ਉਹ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ ਔਰ ਕੁਝ ਹੋਰ ਗੱਲਾਂ ਵੀ ਕੀਤੀਆਂ। ਪਰ ਉਸ ਤੋਂ ਬਾਅਦ ਖਬਰਾਂ ਆਈਆਂ ਕਿ ਉਹ ਆਪਣੇ ਪਰਿਵਾਰ ਸਮੇਤ ਜਿਹੜੇ ਸੀ ਓਟਾਵਾ ਤੋਂ ਬ੍ਰਿਟਿਸ਼ ਕੋਲੰਬੀਆ ਜੋ ਵੈਨਕੂਵਰ ਆਈਲੈਂਡ ਤੇ ਇੱਕ ਸ਼ਹਿਰ ਵਸਦਾ ਟੋਫੀਨੋ, ਉੱਥੇ ਆ ਗਏ। ਪਰ ਉੱਥੇ ਬੀਚ ਦੇ ਉੱਤੇ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਜਿਹੜਾ ਸੀ ਉਹ ਦਿਨ ਗੁਜ਼ਾਰਿਆ। ਸੋ ਹਾਲਾਂਕਿ ਇਹਨੂੰ ਇੱਕ ਛੁੱਟੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ, ਕਿਉਂਕਿ ਪੂਰੇ ਕੈਨੇਡਾ ਦੇ ਵਿੱਚ ਛੁੱਟੀ ਸੀ, ਪਰ ਜਸਟਿਨ ਟਰੂਡੋ ਦੀ ਇਸ ਕਰਕੇ ਮੂਲ ਨਿਵਾਸੀ ਭਾਈਚਾਰੇ ਦੇ ਆਗੂਆਂ ਵੱਲੋਂ ਖਾਸ ਕਰਕੇ ਆਲੋਚਨਾ ਕੀਤੀ ਜਾ ਰਹੀ ਸੀ। ਉਹਨਾਂ ਦਾ ਮੰਨਣਾ ਇਹ ਆ ਕਿ ਇਹ ਇੱਕ ਅਜਿਹਾ ਦਿਨ ਸੀ ਜਿਹਨੂੰ ਮਿਲ ਕੇ ਜਿਹੜਾ ਉਹ ਮਨਾਇਆ ਜਾ ਸਕਦਾ ਸੀ। ਇਸ ਦਿਨ ਜਿਹੜਾ ਵਾ ਕੁਝ ਹੋਰ ਗੱਲਾਂ ਕੀਤੀਆਂ ਜਾ ਸਕਦੀਆਂ ਸੀ, ਕੁਝ ਜਿਹੜੇ ਅਸੀਂ ਵਿਚਾਰ ਗੋਸ਼ਟੀ ਕੀਤੀ ਜਾ ਸਕਦੀ ਸੀ ਕਿ ਅੱਗੇ ਤੋਂ ਇਸ ਤਰੀਕੇ ਨਾ ਹੋਵੇ। ਇਸ ਦੇ ਨਾਲ ਜਿਹੜਾ ਸੀ ਮੂਲ ਨਿਵਾਸੀ ਭਾਈਚਾਰੇ ਨਾਲ ਹੋਰ ਜ਼ਿਆਦਾ ਦਰਦ ਕਹਿੰਦੇ ਵਡਾਇਆ ਜਾ ਸਕਦਾ ਸੀਗਾ। ਪਰ ਜਸਟਿਨ ਟਰੂਡੋ ਹੁਣੀ ਇਸ ਦਿਨ ਜਿਹੜਾ ਉਹ ਛੁੱਟੀ ਮਨਾ ਰਹੇ ਸੀ ਆਪਦੇ ਪਰਿਵਾਰ ਦੇ ਨਾਲ। ਸੋ ਇਸ ਗੱਲ ਨੂੰ ਲੈ ਕੇ ਆਲੋਚਨਾ ਜਿਹੜੀ ਆ ਉਹ ਕੀਤੀ ਜਾ ਰਹੀ ਆ। ਹਾਲਾਂਕਿ ਇੱਥੇ ਦੱਸ ਦਈਏ ਕਿ ਜਸਟਿਨ ਟਰੂਡੋ ਉਹਨਾਂ ਦੇ ਵੱਲੋਂ ਜੋ ਓਟਾਵਾ ਉਹਨਾਂ ਦੇ ਆਫਿਸ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਜਾਣ ਤੋਂ ਪਹਿਲਾਂ, ਛੁੱਟੀ ਮਨਾਉਣ ਤੋਂ ਪਹਿਲਾਂ ਫੋਨ ਦੇ ਉੱਤੇ ਜਿਹੜੀ ਆ ਗੱਲਬਾਤ ਜ਼ਰੂਰ ਕੀਤੀ ਸੀ। ਪਰ ਜਿਹੜੇ ਆਗੂ ਕਹਿ ਰਹੇ ਆ ਕਿ ਇਨ ਪਰਸਨ ਆ ਕੇ ਜਿਹੜੇ ਜਸਟਿਨ ਟਰੂਡੋ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮਲ ਹੋ ਸਕਦੇ ਸੀ ਜਾਂ ਕੁਝ ਵਿਚਾਰਾ ਕਰ ਸਕਦੇ ਸੀ। ਜਿਹੜੇ ਵਿਕਟਮ ਨੇ, ਜਿਹੜੇ ਇਸ ਵਕਤ ਪੀੜਤ ਨੇ ਇਹਨਾਂ ਸਕੂਲਾਂ ਦੇ, ਜੋ ਇਸ ਵਕਤ ਮੌਜੂਦ ਵੀ ਨੇ ਸਾਰੇ, ਉਹਨਾਂ ਨਾਲ ਜਿਹੜੀ ਆ ਗੱਲਬਾਤ ਜਾ ਕੇ ਉਹਨਾਂ ਨਾਲ ਦੁੱਖ ਵੰਡਾਇਆ ਜਾ ਸਕਦਾ ਸੀ। ਜਿਨ੍ਹਾਂ ਦੇ ਬੱਚੇ ਕਿਤੇ ਵਾਪਸ ਨਹੀਂ ਆਏ ਇਹਨਾਂ ਸਕੂਲਾਂ ਵਿੱਚੋਂ, ਉਹਨਾਂ ਨਾਲ ਵੀ ਗੱਲ ਕੀਤੀ ਜਾ ਰਹੀ ਸੀ। ਖਾਸ ਕਰਕੇ ਉਦੋਂ ਜਦੋਂ ਤਾਜ਼ਾ ਮਾਮਲੇ ਨਿਕਲ ਕੇ ਸਾਹਮਣੇ ਆਏ ਆ, ਕਿਤਿਓਂ 215 ਇੱਥੋਂ BC ਚੋਂ ਜਿਹੜਾ ਇੱਕ ਸਕੂਲ ਸੀ, 215 ਉੱਥੋਂ ਬੇਨਾਮ ਕਬਰਾਂ ਮਿਲੀਆਂ ਸੀਗੀਆਂ। ਸਸਕੁਐਚਨ ਦੇ ਵਿੱਚ ਇਹ ਗਿਣਤੀ 800 ਦੇ ਕਰੀਬ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ। ਸੋ ਜਿਹੜੀ ਜਸਟਿਨ ਟਰੂਡੋ ਹੋਣਾ ਵੱਲੋਂ ਹਾਲੇ ਕੋਈ ਜਵਾਬ ਇਹਦਾ ਨਹੀਂ ਆਇਆ, ਪਰ ਉਹਨਾਂ ਦੀ ਜਿਹੜੀ ਆਲੋਚਨਾ ਜ਼ਰੂਰ ਕੀਤੀ ਜਾ ਰਹੀ ਹੈ। ਜੀ ਬਿਲਕੁਲ। ਸੋ ਮਨਦੀਪ ਜੀ, ਇੱਕ ਇਹ ਵੀ ਸਰਵੇ ਸਾਹਮਣੇ ਆਇਆ, ਜਗਮੀਤ ਸਿੰਘ ਦੇ ਬਾਰੇ ਸਰਵੇ ਸਾਹਮਣੇ ਆਇਆ, ਜਿਸ ਦੇ ਵਿੱਚ ਕਾਫੀ ਜ਼ਿਆਦਾ ਲੋਕ ਇਹ ਸਪੋਰਟ ਕਰ ਰਹੇ ਨੇ, ਜਿਹੜੇ ਚਾਹੁੰਦੇ ਨੇ ਕਿ ਜਗਮੀਤ ਸਿੰਘ ਆਪਣੇ ਅਹੁਦੇ ਦੇ ਉੱਪਰ, ਜਾਣੀ ਕਿ ਲੀਡਰਸ਼ਿਪ ਦੇ ਉੱਪਰ ਬਰਕਰਾਰ ਰਹਿਣ। ਸੋ ਮਨਦੀਪ ਜੀ, ਇਹ ਜਿਹੜਾ ਸਰਵੇ ਸਾਹਮਣੇ ਆਇਆ, ਇਸ ਦੇ ਵਿੱਚ ਕਿੰਨੇ ਲੋਕ ਉਹਨਾਂ ਦੇ ਪੱਖ ਦੇ ਵਿੱਚ ਨੇ? ਕੀ ਕਹਿਣਾ ਹੈ ਇਸ ਪੋਲ ਦੇ ਵਿੱਚ ਲੋਕਾਂ ਦਾ? ਇਹ ਜਾਣਕਾਰੀ ਜ਼ਰੂਰ ਸਾਂਝੀ ਕਰਿਓ। ਬਿਲਕੁਲ, ਕਿਉਂਕਿ ਖਾਸ ਕਰਕੇ ਹੁਣ ਜਦੋਂ ਚੋਣਾਂ ਹੋ ਕੇ ਹਟੀਆਂ ਨੇ, ਤਾਂ ਉਸ ਤੋਂ ਬਾਅਦ ਜਿਹੜੀ ਆ ਤਰ੍ਹਾਂ ਦੀਆਂ ਇਸ ਵਕਤ ਗੱਲਾਂ ਚੱਲ ਰਹੀਆਂ ਨੇ ਪਾਰਟੀ ਵਿੱਚ। ਜਿਹੜੀ ਪਾਰਟੀ ਜਿੱਤ ਗਈ ਆ ਉਹਦੇ ਵਿੱਚ ਤਾਂ ਸਭ ਕੁਝ ਠੀਕ ਠਾਕ ਆ, ਪਰ ਜਿਹੜੀਆਂ ਪਾਰਟੀਆਂ ਨੂੰ ਬਹੁਤੀ ਕਾਮਯਾਬੀ ਨਹੀਂ ਮਿਲੀ ਚੋਣਾਂ ਵਿੱਚ, ਉਹਨਾਂ ਵਿੱਚ ਲਗਾਤਾਰ ਲੀਡਰਸ਼ਿਪ ਨੂੰ ਲੈ ਕੇ ਜਿਹੜਾ ਵਾ ਉਹ ਰਿਵਿਊ ਕੀਤਾ ਜਾ ਰਿਹਾ। ਕਿਉਂਕਿ ਇੱਥੇ ਲੀਡਰ ਜਿਹੜੇ ਆ, ਜਦੋਂ ਵੀ ਇੱਕ ਤਾਂ ਮੌਕਾ ਮਿਲਦਾ ਹੁੰਦਾ ਹੈ, ਨਹੀਂ ਤਾਂ ਬਹੁਤ ਲੱਕੀ ਲੀਡਰ ਹੁੰਦੇ ਜਿਨ੍ਹਾਂ ਨੂੰ ਵਾਰ-ਵਾਰ ਚੋਣਾਂ ਦੇ ਵਿੱਚ ਮੌਕਾ ਮਿਲੇ ਲੜਨ ਦਾ, ਪਾਰਟੀ ਦੇ ਖੜਨ ਦਾ, ਇਹਦੇ ਬਾਵਜੂਦ ਕਿ ਉਹ ਚੋਣ ਨਾ ਜਿੱਤ ਸਕਣ। ਸੋ ਜਗਮੀਤ ਸਿੰਘ ਸੰਬੰਧੀ ਜਿਹੜੀ ਇਹ ਚਰਚਾ ਚੱਲ ਰਹੀ ਸੀਗੀ ਕਿ ਬਹੁਤਾ ਕੁਝ ਉਹਨਾਂ ਨੇ ਨਹੀਂ ਖੱਟਿਆ ਇਹਨਾਂ ਚੋਣਾਂ ਦੇ ਵਿੱਚ। ਪਿਛਲੀ ਵਾਰ ਨਾਲੋਂ ਉਹਨਾਂ ਨੇ ਇੱਕ ਸੀਟ ਜਿਹੜੀ ਵੱਧ ਜਿੱਤੀ ਆ। ਹਾਲਾਂਕਿ ਪਿਛਲੀ ਵਾਰ 24 ਸੀਟਾਂ NDP ਨੂੰ ਜਿੱਤੀਆਂ ਸੀ, ਇਸ ਵਾਰ NDP ਨੂੰ 25 ਸੀਟਾਂ ਮਿਲੀਆਂ ਨੇ। ਪਰ ਜਿਹੜੀ ਭੂਮਿਕਾ ਹੋਵੇਗੀ ਇਸ ਵਾਰ NDP ਦੀ, ਉਹ ਪਿਛਲੀ ਵਾਰ ਵਾਂਗੂ ਬੜੀ ਅਹਿਮ ਹੋਵੇਗੀ।
ਜਦੋਂ ਵੀ ਸਰਕਾਰ ਬਚੇਗੀ ਬਹੁਤੀ ਤੌਰ ਤੇ ਜਿਹੜਾ ਵਾ ਨਾ ਤਾਂ ਬਹੁਤਾ ਕੰਜ਼ਰਵੇਟਿਵ ਕਿਤੇ ਸਪੋਰਟ ਕਰੇਗੀ ਲਿਬਰਲ ਪਾਰਟੀ ਨੂੰ, ਬਹੁਤ ਘੱਟ ਅਜਿਹੇ ਮੁੱਦੇ ਹੋਣਗੇ ਜਿਨ੍ਹਾਂ ਉੱਤੇ ਕੰਜ਼ਰਵੇਟਿਵ ਜੇ ਹੋ ਸਕਦਾ ਕਿ ਵੋਟ ਪਾ ਦੇਵੇ ਸਹਿਮਤੀ ਨਾਲ, ਨਹੀਂ ਤਾਂ ਮੁੱਖ ਵਿਰੋਧੀ ਧਿਰ ਆ ਤੇ ਉਹਦੀ ਵੋਟ ਵੀ ਜਿਹੜੀ ਆ ਉਹ ਵਿਰੋਧ 'ਚ ਰਹੇਗੀ। ਬਲਾਕ ਕਿਊਬਿਕ ਜਿਹੜੇ ਆ ਉਹ ਕਿਊਬਿਕ ਨਾਲ ਸੰਬੰਧਿਤ ਮੁੱਦਿਆਂ ਉੱਤੇ ਜੇਕਰ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਤਾਂ ਉਹ ਜਿਹੜੀ ਆ ਸਪੋਰਟ ਦੇ ਸਕਦੇ ਆ। ਐਨਡੀਪੀ ਦੀਆਂ ਜੋ ਕਿ ਕੁਝ ਮੰਗਾਂ ਹੁੰਦੀਆਂ ਨੇ ਉਹ ਖਾਸ ਕਰਕੇ ਲਿਬਰਲ ਨਾਲ ਮਿਲਦੀਆਂ ਜੁਲਦੀਆਂ ਵੀ ਕਈ ਵਾਰ ਹੁੰਦੀਆਂ ਨੇ, ਕਈ ਵਾਰ ਔਖੀਆਂ ਵੀ ਹੋ ਜਾਂਦੀਆਂ ਨੇ ਜਸਟਿਨ ਟਰੂਡੋ ਲਈ, ਪਰ ਫਿਰ ਵੀ ਐਨਡੀਪੀ ਨਾਲ ਜਿਹੜੀ ਆ ਨੈਗੋਸ਼ੀਏਸ਼ਨ ਕਰਕੇ ਲਿਬਰਲ ਜਿਹੜੀ ਉਹ ਕਾਫੀ ਖੁਸ਼ ਰਹਿੰਦੀ ਆ। ਸੋ ਇਸ ਬਾਰੇ ਵੀ ਜਗਮੀਤ ਸਿੰਘ ਦੀ ਭੂਮਿਕਾ ਤਾਂ ਅਹਿਮ ਹੋਵੇਗੀ, ਪਰ ਪਾਰਟੀ ਵੱਲੋਂ ਵੀ ਇਹ ਕਿਹਾ ਜਾ ਰਿਹਾ ਵੱਡੀ ਅਪਰੂਵਲ ਜਿਹੜੀ ਆ ਇੱਕ ਜਗਮੀਤ ਸਿੰਘ ਨੂੰ ਮਿਲੀ ਆ। ਇੱਕ ਸਰਵੇ ਸਾਹਮਣੇ ਆਇਆ ਕਿ ਜਿਹੜੇ ਐਨਡੀਪੀ ਦੇ ਵੋਟਰ ਨੇ, ਸਪੋਰਟਰ ਨੇ, ਉਹਦੇ ਵਿੱਚੋਂ 82% ਲੋਕ ਇਹ ਚਾਹੁੰਦੇ ਆ ਕਿ ਜਗਮੀਤ ਸਿੰਘ ਦੇ ਹੱਥ ਜਿਹੜੀ ਆ ਪਾਰਟੀ ਦੀ ਕਮਾਨ ਰਹਿਣੀ ਚਾਹੀਦੀ ਆ। ਸੋ ਨਾ ਹੀ ਪਾਰਟੀ ਦੇ ਵਿੱਚ ਕੋਈ ਲੀਡਰਸ਼ਿਪ ਰਿਵਿਊ ਦੀ ਮੰਗ ਉੱਠੀ ਆ, ਜਿਸ ਕਰਕੇ ਬਹੁਤੇ ਲੋਕ ਜਗਮੀਤ ਸਿੰਘ ਦੇ ਹੱਕ 'ਚ ਸਹਿਮਤ ਨਜ਼ਰ ਆ ਰਹੇ ਆ। ਔਰ ਇੱਕ ਚੰਗੀ ਰਾਹਤ ਵਾਲੀ ਖਬਰ ਹੈ ਜਗਮੀਤ ਸਿੰਘ ਲਈ ਕਿ ਜੇਕਰ ਇਸ ਤਰੀਕੇ ਦੀ ਅਪਰੂਵਲ ਮਿਲੀ ਆ ਤਾਂ ਅੱਗੇ ਜਦੋਂ ਵੀ ਕੈਨੇਡਾ 'ਚ ਚੋਣਾਂ ਹੋਣਗੀਆਂ ਤਾਂ ਇੱਕ ਵਾਰੀ ਫਿਰ ਉਹਨਾਂ ਨੂੰ ਮੌਕਾ ਮਿਲੇਗਾ ਕਿ ਉਹ ਪਾਰਟੀ ਨੂੰ ਲੀਡ ਕਰ ਸਕਣ। ਸੋ ਐਰਨ ਅਟੂਲ ਸੰਬੰਧੀ ਅਸੀਂ ਲਗਾਤਾਰ ਚਰਚਾ ਕਰਦੇ ਰਹੇ ਹਾਂ, ਉਹਨਾਂ ਸੰਬੰਧੀ ਵੀ ਇਹ ਸਾਹਮਣੇ ਆਇਆ ਕਿ 49% ਲੋਕ ਜਿਹੜੇ ਆ ਉਹਨਾਂ ਦੇ ਹੱਕ ਵਿੱਚ ਨੇ। ਔਰ ਐਨਡੀਪੀ ਵਿੱਚ ਜਿੱਥੇ ਆਪਾਂ ਦੱਸਿਆ ਕਿ 82% ਲੋਕ ਜੇਕਰ ਜਗਮੀਤ ਸਿੰਘ ਦੇ ਹੱਕ ਵਿੱਚ ਆ ਤਾਂ ਕੇਵਲ 8% ਲੋਕ ਇਹ ਕਹਿ ਰਹੇ ਆ ਕਿ ਜਿਹੜਾ ਲੀਡਰ ਹੈ ਉਹ ਨਵਾਂ ਹੋਣਾ ਚਾਹੀਦਾ ਆ। ਸੋ ਇੱਕ ਬਹੁਤ ਵੱਡਾ ਅੰਤਰ ਆ ਵਿਰੋਧ ਤੇ ਹੱਕ ਵਾਲਿਆਂ ਵਿੱਚ। ਸੋ ਇੱਥੇ ਸੁਭਾਵਿਕ ਆ ਕਿ ਜਿਹੜੇ ਹੱਕ 'ਚ ਨੇ ਇੰਨੀ ਵੱਡੀ ਗਿਣਤੀ ਵਿੱਚ ਉਹਨਾਂ ਦੀ ਗੱਲ ਸੁਣੀ ਜਾਏਗੀ। ਔਰ ਜਗਮੀਤ ਸਿੰਘ ਦੀ ਲੀਡਰਸ਼ਿਪ ਨੂੰ ਇੱਥੇ ਕੋਈ ਖਤਰਾ ਨਜ਼ਰ ਨਹੀਂ ਆ ਰਿਹਾ। ਔਰ ਜਗਮੀਤ ਸਿੰਘ ਵੀ ਤਿਆਰੀ ਕਰ ਰਹੇ ਆ ਕਿ ਜਦੋਂ ਜਸਟਿਨ ਟਰੂਡੋ ਸਰਕਾਰ ਬਣਾ ਕੇ ਪਾਰਲੀਮੈਂਟ ਕਾਲ ਕਰਨਗੇ ਉੱਥੇ ਕਿਸ ਤਰੀਕੇ ਨਾਲ ਜਿਹੜੀਆਂ ਆਪਣੀਆਂ ਗੱਲਾਂ ਮਨਵਾਉਣੀਆਂ ਨੇ। ਔਰ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਗੀ ਕਿ ਇਸ ਵਾਰ ਕਿਉਂਕਿ ਇਸ ਨਾਮ ਤੇ ਇਲੈਕਸ਼ਨ ਕੀਤੀ ਗਈ ਸੀ ਜਸਟਿਨ ਟਰੂਡੋ ਹੋਣਾ ਵੱਲੋਂ ਕਿ ਅਸੀਂ ਵੱਡੇ ਰਿਕਵਰੀ ਪਲਾਨ ਜਿਹੜੇ ਉਹ ਲੈ ਕੇ ਆਉਣੇ ਆ, ਸਾਨੂੰ ਪੂਰਨ ਜਿਹੜੀ ਆ ਬਹੁਮਤ ਚਾਹੀਦੀ ਆ, ਅਸੀਂ ਵੱਡੇ ਫੈਸਲੇ ਜੋ ਆਪਣੇ ਹਿਸਾਬ ਨਾਲ ਕਰਨੇ ਚਾਹੁੰਦੇ ਆ ਉਹਦੇ ਲਈ ਸਾਨੂੰ ਮੈਜੋਰਟੀ ਚਾਹੀਦੀ ਆ। ਉਹ ਮੈਜੋਰਟੀ ਤਾਂ ਨਹੀਂ ਮਿਲ ਸਕੀ ਆ, ਪਰ ਕੁਝ ਨਾ ਕੁਝ ਤਾਂ ਇਸ ਤਰੀਕੇ ਦਾ ਜ਼ਰੂਰ ਕਰਨਾ ਪਵੇਗਾ ਜਿਸ ਤੋਂ ਇਸ ਮਹਾਮਾਰੀ ਦੇ ਜੋ ਜਿੰਨਾ ਕੁ ਪਿੱਛੇ ਗਿਆ ਮੁਲਕ, ਜਿੰਨੀ ਕੁ ਸੱਟ ਵੱਜੀ ਆ ਆਰਥਿਕਤਾ ਨੂੰ, ਉਹਦੇ ਲਈ ਕੋਈ ਵੱਡੇ ਪਲਾਨ ਜਿਹੜੇ ਜ਼ਰੂਰ ਲੈ ਕੇ ਆਉਣੇ ਪੈਣਗੇ। ਔਰ ਉਹਦੇ ਨਾਲ ਜਿਹੜਾ ਵਾ ਜਗਮੀਤ ਸਿੰਘ ਦਾ ਸਮਰਥਨ ਵੀ ਜ਼ਰੂਰ ਚਾਹੀਦਾ ਹੋਊਗਾ ਉਹਨਾਂ ਬਿੱਲਾਂ ਨੂੰ ਪਾਸ ਕਰਾਉਣ ਦੇ ਲਈ। ਸੋ ਦੇਖਦੇ ਆ ਕਿ ਕਿੱਥੇ ਕੁ ਜਾ ਕੇ ਗੱਲ ਨਿਬੜਦੀ ਆ, ਕਿਵੇਂ ਪਾਰਲੀਮੈਂਟ ਦੇ ਵਿੱਚ ਨੈਗੋਸ਼ੀਏਸ਼ਨਸ ਹੁੰਦੀਆਂ ਨੇ, ਕਿਸ ਤਰੀਕੇ ਦੇ ਬਿੱਲ ਆਉਂਦੇ ਨੇ, ਕਿਸ ਤਰੀਕੇ ਦੀ ਆਲੋਚਨਾ ਹੁੰਦੀ ਆ, ਕਿਵੇਂ ਵੋਟਿੰਗ ਹੁੰਦੀ ਆ। ਪਰ ਇੰਨਾ ਜ਼ਰੂਰ ਹੈ ਕਿ ਜਗਮੀਤ ਸਿੰਘ ਲਈ ਦੋ ਰਾਹਤ ਦੀਆਂ ਖਬਰਾਂ ਨੇ। ਇੱਕ ਇਹ ਕਿ ਲਿਬਰਲ ਪਾਰਟੀ ਨੂੰ ਮੈਜੋਰਟੀ ਨਹੀਂ ਮਿਲੀ, ਉਹਨਾਂ ਦੀ ਭੂਮਿਕਾ ਅਹਿਮ ਰਹੇਗੀ। ਦੂਜੀ, ਉਹਨਾਂ ਦੀ ਆਪਣੀ ਪਾਰਟੀ ਉਹਨਾਂ ਦੇ ਬਿਲਕੁਲ ਨਾਲ ਖੜੀ ਆ। ਜੀ ਸੋ ਮਨਦੀਪ ਜੀ, ਇੱਕ ਖਬਰ ਹੋਰ ਹੈ, ਆਰਸੀਐਮਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਉਹ ਕਹਿੰਦੇ ਨੇ ਕਿ ਬਹੁਤ ਸਾਰੇ ਲੋਕ ਰੋਮਾਂਸ ਸਕੈਮ ਦਾ ਸ਼ਿਕਾਰ ਹੋ ਰਹੇ ਨੇ, ਜਿਸ ਦੇ ਬਾਰੇ ਉਹਨਾਂ ਨੇ ਚੇਤਾਵਨੀ ਜਾਰੀ ਕੀਤੀ। ਆਰਸੀਐਮਪੀ ਇੱਕ ਰਿਲੀਜ਼ ਜਾਰੀ ਕਰਦੀ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਵੱਡੇ ਪੱਧਰ ਦੇ ਉੱਪਰ ਲੋਕ ਇਸ ਆਨਲਾਈਨ ਪਿਆਰ ਦਾ ਸ਼ਿਕਾਰ ਹੁੰਦੇ ਨੇ ਤੇ ਉਹਨਾਂ ਨੂੰ ਜੋ ਮਿਲੀਅਨਸ ਦੇ ਵਿੱਚ ਨੁਕਸਾਨ ਹੁੰਦਾ ਹੈ, ਕਿਉਂਕਿ ਜਦੋਂ ਉਹ ਇਸ ਤਰ੍ਹਾਂ ਕਿਸੇ ਦੇ ਨਾਲ ਦੋਸਤੀ ਕਰਦੇ ਨੇ ਤਾਂ ਫਿਰ ਪੈਸੇ ਦੀ ਮੰਗ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਉਹਨਾਂ ਨੂੰ ਭਾਰੀ ਨੁਕਸਾਨ ਜਿਹੜਾ ਹੈ ਉਹ ਝੱਲਣਾ ਪੈਂਦਾ ਹੈ। ਸੋ ਸਰੀ ਆਰਸੀਐਮਪੀ ਵੱਲੋਂ ਜਿਹੜੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ, ਖਾਸ ਕਰਕੇ ਜੇਕਰ ਅਸੀਂ ਆਨਲਾਈਨ ਸਕੈਮ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਇਦਾਂ ਦੇ ਮਾਮਲੇ ਸਾਹਮਣੇ ਆਉਂਦੇ ਆ। ਸ਼ਾਇਦ ਹੀ ਕੋਈ ਇਹੋ ਜਿਹਾ ਵਿਅਕਤੀ ਹੋਵੇ ਜਿਹਨੂੰ ਕੋਈ ਸਕੈਮ ਕਾਲ ਆਉਂਦੀ ਹੋਵੇ, ਕਿਉਂਕਿ ਅਕਸਰ ਅਸੀਂ ਦੇਖਦੇ ਆ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਆਉਂਦੀਆਂ ਨੇ ਜਿਹਦੇ ਵਿੱਚ ਇਹ ਡਰਾਵਾ ਦਿੱਤਾ ਜਾਂਦਾ ਹੈ ਕਿ ਤੁਸੀਂ ਕੋਈ ਗਲਤੀ ਕੀਤੀ ਆ, ਤੁਹਾਡਾ ਸਿਨ ਕਾਰਡ ਨੰਬਰ ਮੰਗਿਆ ਜਾਂਦਾ ਕਿ ਤੁਸੀਂ ਟੈਕਸ ਸਹੀ ਤਰੀਕੇ ਨਾਲ ਨਹੀਂ ਭਰਿਆ, ਜਾਂ ਕੁਝ ਹੋਰ ਕਿਹਾ ਜਾਂਦਾ ਕਿ ਤੁਹਾਡਾ ਜਿਹੜਾ ਸਿਨ ਕਾਰਡ ਆ, ਸਿਨ ਨੰਬਰ ਆ, ਸੋਸ਼ਲ ਇੰਸ਼ੋਰੈਂਸ ਨੰਬਰ, ਉਹਦਾ ਕੁਝ ਮਿਸਯੂਜ਼ ਹੋਇਆ, ਉਹ ਮੰਗਿਆ ਜਾਂਦਾ। ਕਈ ਵਾਰ ਕੈਨੇਡਾ ਜਿਹੜੀ ਬਾਰਡਰ ਏਜੰਸੀ ਆ ਉਹਦੇ ਨਾਮ ਤੇ ਫੇਕ ਕਾਲ ਆਉਂਦੀਆਂ ਨੇ। ਕਈ ਵਾਰ ਜਿਹੜਾ CRA ਆ ਉਹਦੇ ਨਾਮ ਤੇ ਜਿਹੜੀਆਂ ਫੇਕ ਕਾਲ ਆਉਂਦੀਆਂ ਨੇ। ਸੋ ਕਈ ਤਰੀਕਿਆਂ ਨਾਲ ਜਿਹੜੀਆਂ ਇੱਥੇ ਫੇਕ ਕਾਲਾਂ ਆਉਂਦੀਆਂ ਨੇ। ਕੁਝ ਲੋਕ ਇਹਦੇ ਵਿੱਚ ਫਸ ਵੀ ਜਾਂਦੇ ਨੇ ਟੈਕਸ ਦੇ ਨਾਮ ਤੇ ਕਿ ਤੁਸੀਂ ਟੈਕਸ ਸਹੀ ਨਹੀਂ ਭਰਿਆ, ਜੇਕਰ ਤੁਸੀਂ ਹੁਣ ਸਾਨੂੰ ਇੰਨੇ ਪੈਸੇ ਭੇਜ ਦਿਓ ਤਾਂ ਅਸੀਂ ਤੁਹਾਡਾ ਇਸ ਤਰੀਕੇ ਨਾਲ ਬਚਾਅ ਕਰ ਦੇਵਾਂਗੇ। ਬਹੁਤ ਸਾਰੇ ਲੋਕਾਂ ਜਿਹੜੀ ਲੁੱਟ ਵੀ ਹੋਈ ਆ। ਸੋ ਇਹਦੇ ਸੰਬੰਧੀ ਲਗਾਤਾਰ ਜਿਹੜੀ ਆ ਪੁਲਿਸ ਵੀ ਜਾਗਰੂਕ ਕਰਦੀ ਰਹੀ ਆ, ਸਰਕਾਰ ਵੀ ਜਾਗਰੂਕ ਕਰਦੀ ਰਹੀ ਆ, ਕਿਉਂਕਿ ਇਹ ਜਿਹੜੇ ਲੋਕ ਹੁੰਦੇ ਆ ਇਸ ਤਰੀਕੇ ਦੇ ਹੁੰਦੇ ਆ ਜਿਹੜੇ ਕੈਨੇਡਾ ਤੋਂ ਬਾਹਰ ਬਹਿ ਕੇ ਇਸ ਤਰੀਕੇ ਦੇ ਕੰਮ ਕਰਦੇ ਆ। ਔਰ ਹਾਲਾਂਕਿ ਕੈਨੇਡਾ ਦੇ ਅੰਦਰੋਂ ਵੀ ਕੁਝ ਲੋਕਾਂ ਦਾ ਸਮਰਥਨ ਹਾਸਲ ਹੁੰਦਾ ਹੈ ਤੇ ਇਹਦੇ ਸੰਬੰਧੀ 2 ਵਿਅਕਤੀਆਂ ਨੂੰ ਫੜਿਆ ਵੀ ਗਿਆ ਸੀ ਅੰਟਾਰੀਓ ਵਿੱਚ। 1-2 ਪੰਜਾਬੀ ਵੀ ਇਸ ਸਟੇਟ ਵਿੱਚ ਆਏ ਸੀ, ਉਹਨਾਂ ਨੂੰ ਵੀ ਇਸ ਮਾਮਲੇ 'ਚ ਫੜਿਆ ਗਿਆ ਸੀ। ਪਰ ਇਹ ਜਿਹੜਾ ਮਾਮਲਾ ਆਇਆ ਇਹ ਕੁਝ ਨਵਾਂ ਲੱਗਦਾ ਆ, ਪਰ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਕੈਮ ਹੋਇਆ, ਵੱਡੀ ਰਕਮ ਇਹਦੇ ਵਿੱਚ ਇਨਵੋਲਵ ਆ। ਔਰ ਜੇਕਰ ਅਸੀਂ ਇਕੱਲੇ ਸਰੀ ਦੀ ਗੱਲ ਕਰੀਏ ਤਾਂ ਪਿਛਲੇ 8 ਮਹੀਨਿਆਂ ਵਿੱਚ ਜਨਵਰੀ ਤੋਂ ਲੈ ਕੇ ਅਗਸਤ ਤੱਕ
29 ਮਾਮਲੇ ਸਾਹਮਣੇ ਆਏ ਆ। ਇਹ ਉਹ ਆ ਜਿਹੜੇ ਪੁਲਿਸ ਕੋਲ ਆਏ ਨੇ, ਹਾਲਾਂਕਿ ਇਸ ਤਰੀਕੇ ਦੇ ਵੀ ਹੋਣਗੇ ਜਿਹੜੇ ਸ਼ਾਇਦ ਪੁਲਿਸ ਕੋਲ ਵੀ ਜਿਨ੍ਹਾਂ ਨੇ ਪਹੁੰਚ ਨਹੀਂ ਕੀਤੀ ਹੋਊਗੀ ਕਿ ਉਹਨਾਂ ਨਾਲ ਇਸ ਤਰੀਕੇ ਨਾਲ ਸਕੈਮ ਹੋਇਆ। ਔਰ 13 ਲੱਖ ਤੋਂ ਵੱਧ 1.3 ਮਿਲੀਅਨ ਡਾਲਰ ਜਿਹੜੇ ਆ ਇਹਨਾਂ 8 ਮਹੀਨਿਆਂ ਦੇ ਵਿੱਚ ਇਹਨਾਂ ਲੋਕਾਂ ਕੋਲੋਂ ਠੱਗੇ ਗਏ ਨੇ, ਸਿਰਫ ਸਰੀ ਦੇ ਵਿੱਚ। ਜੇਕਰ ਅਸੀਂ ਪੂਰੇ ਲੋਅਰ ਮੈਨਲੈਂਡ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਕੁਝ ਮੈਟਰੋ ਵੈਨਕੂਵਰ ਦੇ ਸ਼ਹਿਰ ਆਉਂਦੇ ਨੇ, ਤਾਂ ਉਹਦੇ ਵਿੱਚ ਇਹ ਰਕਮ ਜਿਹੜੀ ਆ 22.5 ਮਿਲੀਅਨ ਤੱਕ ਜਿਹੜੀ ਆ ਉਹ ਪਹੁੰਚ ਜਾਂਦੀ ਆ। 22 ਮਿਲੀਅਨ ਤੋਂ ਵੱਧ ਜਿਹੜੇ ਡਾਲਰ ਆ, ਕੈਨੇਡੀਅਨ ਡਾਲਰ, ਉਹਨਾਂ ਦੀ ਠੱਗੀ ਵੱਜੀ ਆ। ਤੇ ਇਹ ਜਿਹੜੀ ਫਿਰ ਗਿਣਤੀ ਆ 300 ਦੇ ਪਾਰ ਜਾ ਕੇ ਪੀੜਤਾਂ ਦੀ ਪਹੁੰਚ ਜਾਂਦੀ ਆ। ਔਰ ਪੁਲਿਸ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਉਹ 'ਚ ਹੁੰਦਾ ਇਹ ਆ ਕਿ ਸੋਸ਼ਲ ਜਿਹੜੀਆਂ ਸਾਈਟਾਂ ਨੇ ਜਾਂ ਕੋਈ ਡੇਟਿੰਗ ਐਪਸ ਨੇ, ਉਹਦੇ ਉੱਤੇ ਜਿਹੜੀ ਆ ਦੋਸਤੀ ਕੀਤੀ ਜਾਂਦੀ ਆ। ਫਿਰ ਉਹਦੇ ਉੱਤੇ ਇੱਕ ਜਿਹੜਾ ਸੀਨ ਕ੍ਰੀਏਟ ਕੀਤਾ ਜਾਂਦਾ, ਇੱਕ ਕਾਲਪਨਿਕ ਦ੍ਰਿਸ਼ ਵਾਂਗ ਇਹ ਦੱਸਿਆ ਜਾਂਦਾ ਕਿ ਜੇਕਰ ਤੁਸੀਂ ਮਿਲਣਾ ਚਾਹੁੰਦੇ ਹੋ, ਪਰ ਅਸੀਂ ਮਿਲਣਾ ਵੀ ਚਾਹੁੰਦੇ ਆ, ਪਰ ਆ ਜਿਹੜੀਆਂ ਸਮੱਸਿਆਵਾਂ ਨੇ ਇਹਦੇ ਲਈ ਸਾਨੂੰ ਕੁਝ ਪੈਸੇ ਦੀ ਲੋੜ ਆ, ਜਾਂ ਕਿਸੇ ਦੀ ਪਰਿਵਾਰਕ ਮੈਂਬਰ ਦੀ ਬਿਮਾਰੀ ਦਾ ਬਹਾਨਾ ਲਾਇਆ ਜਾਂਦਾ, ਜਾਂ ਕੁਝ ਹੋਰ ਜਿਹੜੇ ਆ ਇਸ ਤਰੀਕੇ ਦੇ ਖਾਸ ਕਰਕੇ ਸਮੱਸਿਆਵਾਂ ਬਣਾ ਕੇ ਪੇਸ਼ ਕੀਤੀਆਂ ਜਾਂਦੀਆਂ ਨੇ ਕਿ ਇਹਦੇ ਲਈ ਸਾਨੂੰ ਪੈਸੇ ਦੀ ਲੋੜ ਆ। ਔਰ ਇੱਥੋਂ ਤੱਕ ਵੀ ਗੱਲ ਸਾਹਮਣੇ ਆਈ ਆ ਕਿ ਇਹਦੇ ਲਈ ਜਿੱਥੇ ਕੁਝ ਹੋਰ ਤਰੀਕੇ ਦੀ ਤਰੀਕਿਆਂ ਨਾਲ ਪੈਸੇ ਲਈ ਜਾਂਦੇ ਆ, ਉੱਥੇ ਬਿਟਕੋਇਨਸ ਨਾਲ ਵੀ ਜਿਹੜੀ ਉਹ ਪੇਮੈਂਟ ਕਰਵਾਈ ਜਾਂਦੀ ਸੀ। ਔਰ ਜਦੋਂ ਫਿਰ ਇੱਕ ਵਾਰ ਪੈਸੇ ਲੈ ਲਏ ਜਾਂਦੇ ਸੀ, ਉਸ ਤੋਂ ਬਾਅਦ ਫਿਰ ਜਿਹੜਾ ਸੀ ਦੋਨੋਂ ਪਾਸਿਓਂ ਕਮਿਊਨੀਕੇਸ਼ਨ ਬੰਦ ਹੋ ਜਾਂਦਾ ਸੀ, ਉਹਨਾਂ ਨੂੰ ਬਲੌਕ ਕਰ ਦਿੱਤਾ ਜਾਂਦਾ ਸੀ ਜਾਂ ਬਿਲਕੁਲ ਗੱਲ ਕਰਨੀ ਬੰਦ ਕਰਤੀ ਜਾਂਦੀ ਸੀ, ਜਿਸ ਤੋਂ ਬਾਅਦ ਫਿਰ ਬੰਦੇ ਨੂੰ ਪਤਾ ਲੱਗਦਾ ਸੀ ਕਿ ਉਸ ਨੂੰ ਇਮੋਸ਼ਨਲ ਕਰਕੇ ਜਿਹੜਾ ਵਾ ਉਸ ਨੂੰ ਲੁੱਟ ਲਿਆ ਗਿਆ ਵਾ। ਸੋ ਇਹਦੇ ਸੰਬੰਧੀ ਪੁਲਿਸ ਨੇ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ। ਪਹਿਲੀ ਗੱਲ ਤਾਂ ਕਹਿੰਦੇ ਇਹੀ ਆ ਕਿ ਜੇਕਰ ਕੋਈ ਵਿਅਕਤੀ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਉਸ ਵਿਅਕਤੀ ਨੂੰ ਜਿਹੜਾ ਤੁਸੀਂ ਇੱਕ ਵਾਰੀ ਗੂਗਲ ਜਿਹੜਾ ਜ਼ਰੂਰ ਕਰੋ, ਕਿਉਂਕਿ ਇਹ ਵੀ ਹੋ ਸਕਦਾ ਕਿ ਜਿਹੜੀਆਂ ਤਸਵੀਰਾਂ ਉਹਨਾਂ ਨੇ ਲਾਈਆਂ ਹੁੰਦੀਆਂ ਨੇ, ਜੋ ਤਸਵੀਰਾਂ ਵਰਤੀਆਂ ਜਾਂਦੀਆਂ ਨੇ, ਉਹ ਕਿਸੇ ਹੋਰ ਦੀ ਪ੍ਰੋਫਾਈਲ ਤੋਂ ਚੋਰੀ ਕਰਕੇ ਵਰਤੀਆਂ ਜਾਂਦੀਆਂ ਨੇ। ਸੋ ਤੁਸੀਂ ਪਹਿਲਾਂ ਉਹਦੇ ਸੰਬੰਧੀ ਗੂਗਲ ਜ਼ਰੂਰ ਕਰੋ, ਉੱਥੋਂ ਵੀ ਕਈ ਵਾਰ ਪਤਾ ਲੱਗ ਜਾਂਦਾ। ਫਿਰ ਤੁਸੀਂ ਕਿਸੇ ਤਰੀਕੇ ਦੀ ਜਿਹੜੀ ਪੈਸੇ ਦੀ ਦਾ ਲੈਣ ਦੇਣ ਆ ਉਹ ਨਾ ਕਰੋ, ਪੈਸੇ ਨਾ ਭੇਜੋ। ਔਰ ਤੁਸੀਂ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਮਿਲਣ ਲਈ ਜੇ ਪੈਸੇ ਮੰਗਦਾ ਹੈ ਤਾਂ ਉਹਦੀ ਆਪ ਸਮੱਸਿਆ ਸੋਲਵ ਕਰਕੇ ਕੋਸ਼ਿਸ਼ ਕਰੋ ਵੀ ਅਸੀਂ ਆਪ ਜਿਹੜੀ ਮੰਨ ਲਓ ਜੇਕਰ ਇਹ ਕਿਹਾ ਜਾਂਦਾ ਕਿ ਮੇਰੀ ਕਾਰ ਠੀਕ ਨਹੀਂ ਆ, ਕਾਰ ਠੀਕ ਕਰਵਾਉਣ ਲਈ ਪੈਸੇ ਭੇਜੋ, ਐਗਜ਼ਾਮਪਲ ਦੇ ਕੇ ਪੁਲਿਸ ਨੇ ਦੱਸਿਆ, ਤਾਂ ਤੁਸੀਂ ਖੁਦ ਕਾਰ ਠੀਕ ਕਰਕੇ ਜਿਹੜਾ ਵਾ ਉਹਨੂੰ ਮਿਲਣ ਲਈ ਕਹਿ ਸਕਦੇ ਹੋ, ਤਾਂ ਕਿ ਉਸ ਤੋਂ ਬਾਅਦ ਜਿਹੜਾ ਵਾ ਤੁਹਾਨੂੰ ਲੁੱਟਿਆ ਨਾ ਜਾ ਸਕੇ। ਇਹ ਪਤਾ ਲੱਗ ਸਕੇ ਕਿ ਜਿਸ ਤਰ੍ਹਾਂ ਤੁਸੀਂ ਗੱਲਬਾਤ ਕਰ ਰਹੇ ਹੋ, ਜੇਕਰ ਤੁਸੀਂ ਕੋਈ ਆਨਲਾਈਨ ਪਾਰਟਨਰ ਲੱਭਿਆ ਤਾਂ ਉਹ ਬਿਲਕੁਲ ਠੀਕ ਠਾਕ ਆ, ਤੁਸੀਂ ਲੁੱਟ ਦਾ ਸ਼ਿਕਾਰ ਨਹੀਂ ਹੋਵੋਗੇ। ਸੋ ਇਸ ਤਰੀਕੇ ਦੀਆਂ ਹਦਾਇਤਾਂ ਵੀ ਪੁਲਿਸ ਵੱਲੋਂ ਦਿੱਤੀਆਂ ਗਈਆਂ ਨੇ। ਪਰ ਆਨਲਾਈਨ ਸਕੈਮ ਦੇ ਮਾਮਲੇ ਜਿਹੜੇ ਆ ਬਹੁਤ ਜ਼ਿਆਦਾ ਸਾਹਮਣੇ ਆਏ ਆ, ਇਹ ਥੋੜਾ ਨਵੇਕਲਾ ਆ। ਔਰ ਇਹਦੇ ਵਿੱਚ ਹੁਣ ਤੱਕ ਵੱਡੀ ਰਕਮ ਵੀ ਸਾਹਮਣੇ ਆਈ ਆ। ਅਸੀਂ ਕਈ ਵਾਰ ਇਹ ਵੀ ਦੇਖਿਆ ਕਿ ਕਈ ਵਾਰ ਲੋਕ ਇਹੋ ਜਿਹੇ ਮਾਮਲਿਆਂ 'ਚ ਸ਼ਰਮ ਦੇ ਮਾਰੇ ਅੱਗੇ ਵੀ ਨਹੀਂ ਆਉਂਦੇ। ਸੋ ਪੁਲਿਸ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਇਸ ਤਰੀਕੇ ਨਾਲ ਇਹ ਤੋਂ ਬਚਿਆ ਜਾ ਸਕਦਾ ਹੈ। ਜੀ ਸੋ ਮਨਦੀਪ ਜੀ, ਕਰੋਨਾ ਵਾਇਰਸ ਦੇ ਕਰਕੇ ਸਾਰੇ ਦੇਸ਼ਾਂ ਨੇ ਆਪਣੇ ਬਾਰਡਰ ਬੰਦ ਕਰ ਲਏ ਸਨ, ਜਿਹੜੀਆਂ ਉਡਾਨਾਂ ਸੀ ਉਹਨਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ। ਹੌਲੀ ਹੌਲੀ ਕਰਕੇ ਨਾ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਗਈ। ਪਰ ਆਸਟ੍ਰੇਲੀਆ ਇੱਕ ਅਜਿਹਾ ਮੁਲਕ ਸੀ ਜਿੱਥੇ ਸਭ ਤੋਂ ਵੱਧ ਸਖਤੀ ਦੇ ਨਾਲ ਉਡਾਨਾਂ ਸੰਬੰਧੀ, ਚਾਹੇ ਅਸੀਂ ਫਲਾਈਟਸ ਦੀ ਗੱਲ ਕਰ ਲਈਏ, ਜਿਹੜੀਆਂ ਪਾਬੰਦੀਆਂ ਸੀ ਉਹ ਲਗਾਈਆਂ ਗਈਆਂ ਸੀ। ਪਰ ਹੁਣ ਚੰਗੀ ਖਬਰ ਆਸਟ੍ਰੇਲੀਆ ਤੋਂ ਸਾਹਮਣੇ ਆ ਰਹੀ ਹੈ, ਜਿਸ ਦੇ ਮੁਤਾਬਕ ਜਲਦੀ ਉਡਾਨਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਜਾਣਕਾਰੀ ਦੇ ਮੁਤਾਬਕ ਨਵੰਬਰ ਤੋਂ ਉਡਾਨਾਂ ਚਲਾਈਆਂ ਜਾਣਗੀਆਂ। ਟੂਰਿਸਟ ਬਾਰੇ ਅਜੇ ਜਾਣਕਾਰੀ ਉਹਨਾਂ ਨੇ ਸਾਂਝੀ ਨਹੀਂ ਕੀਤੀ, ਪਰ ਇੱਕ ਵੱਡੀ ਖਬਰ ਹੈ ਕਿ ਆਸਟ੍ਰੇਲੀਆ ਵੱਲੋਂ ਹੁਣ ਕਾਫੀ ਲੰਬੇ ਸਮੇਂ ਤੋਂ ਜੋ ਆਪਣੇ ਬਾਰਡਰ ਬੰਦ ਰੱਖੇ ਸਨ ਉਹਨਾਂ ਨੂੰ ਖੋਲ੍ਹਿਆ ਜਾ ਰਿਹਾ ਜੀ। ਬਿਲਕੁਲ ਜੀ, ਜੇਕਰ ਅਸੀਂ ਸਖਤੀਆਂ ਦੇ ਮਾਮਲੇ 'ਚ ਦੇਖੀਏ, ਜਦੋਂ ਦਾ ਕੋਵਿਡ ਸ਼ੁਰੂ ਹੋਇਆ ਤਾਂ ਆਸਟ੍ਰੇਲੀਆ, ਜੇਕਰ ਅਸੀਂ ਲੋਕਤੰਤਰਿਕ ਡੈਮੋਕ੍ਰੈਟਿਕ ਕੰਟਰੀਜ਼ ਦੇ ਵਿੱਚੋਂ ਗੱਲ ਕਰੀਏ ਤਾਂ ਸਭ ਤੋਂ ਵੱਧ ਜਿਹੜੀਆਂ ਸਖਤੀਆਂ ਸੀ ਅਜਿਹੇ ਵਿੱਚ ਜਿਹੜੀਆਂ ਸੀ ਉਹ ਆਸਟ੍ਰੇਲੀਆ ਵੱਲੋਂ ਲਾਈਆਂ ਗਈਆਂ ਸੀ। ਔਰ ਉਹਦੇ ਵਿੱਚ ਇੱਥੋਂ ਤੱਕ ਵੀ ਸੀਗਾ ਕਿ ਜਿਹੜੇ ਉਹਨਾਂ ਦੇ ਆਪਣੇ ਨਾਗਰਿਕ ਸੀਗੇ, ਉਹਨਾਂ ਨੂੰ ਵੀ ਜਿਹੜਾ ਸੀ ਕਈ ਵਾਰ ਇਸ ਤਰੀਕੇ ਨਾਲ ਫੀਲ ਹੋਇਆ ਕਿ ਉਹਨਾਂ ਨੂੰ ਵੀ ਆਪਣੇ ਹਾਲ ਉੱਤੇ ਛੱਡ ਦਿੱਤਾ ਗਿਆ, ਜੋ ਬਾਹਰ ਕਿਤੇ ਫਸੇ ਹੋਏ ਸੀਗੇ। ਜਿਹੜੇ ਆਸਟ੍ਰੇਲੀਆ ਦੇ ਅੰਦਰ ਵਿਦਿਆਰਥੀ ਸੀਗੇ, ਜਿਵੇਂ ਕੈਨੇਡਾ ਦੇ ਵਿੱਚ ਮਦਦ ਕੀਤੀ ਗਈ ਸੀ, ਉਹਨਾਂ ਨੂੰ ਵੀ ਸਰਵ ਵਰਗੀਆਂ ਸਕੀਮਾਂ ਦਾ ਲਾਭ ਦਿੱਤਾ ਗਿਆ। ਤਾਂ ਆਸਟ੍ਰੇਲੀਆ ਨੇ ਉੱਥੋਂ ਦੇ ਇੱਕ ਮੰਤਰੀ ਨੇ ਕਹਿ ਦਿੱਤਾ ਸੀ ਕਿ ਜੋ ਇੱਥੇ ਸਰਵਾਈਵ ਨਹੀਂ ਕਰ ਸਕਦੇ ਉਹਨਾਂ ਨੂੰ ਵਾਪਸ ਚਲੇ ਜਾਣਾ ਚਾਹੀਦਾ ਆ। ਸੋ ਉਹਦੇ ਉੱਤੇ ਵੀ ਉਹਨਾਂ ਦੀ ਨਿਖੇਧੀ ਹੋਈ ਸੀ। ਸੋ ਇੱਕ ਲੰਬਾ ਉਹਨਾਂ ਨੇ ਪਾਬੰਦੀਆਂ ਲਾਈਆਂ ਨੇ। 18 ਮਹੀਨੇ ਬਾਅਦ ਜਿਹੜੀਆਂ ਇਹ ਫਲੈਟਾਂ ਖੋਲ੍ਹਣ ਦਾ ਐਲਾਨ ਉਹਨਾਂ ਨੇ ਕੀਤਾ, ਜੋ ਬਿਆਨ ਆ ਇਹਦੇ ਵਿੱਚ ਵੀ ਹੱਲੇ ਕੋਈ ਬਹੁਤਾ ਸਾਫ਼ ਨਹੀਂ ਕਿ ਇਹ ਫਲਾਈਟਾਂ ਕਿੰਨੀਆਂ ਚੱਲਣਗੀਆਂ, ਕਿੱਥੋਂ ਚੱਲਣਗੀਆਂ, ਕਿਹੜੇ ਮੁਲਕਾਂ ਤੋਂ ਚੱਲਣਗੀਆਂ। ਪਰ ਇੰਨਾ ਜ਼ਰੂਰ ਕਿ ਉਹਨਾਂ ਨੇ ਇਸ਼ਾਰਾ ਦੇ ਦਿੱਤਾ ਆ ਕਿ ਆਖਰਕਾਰ ਅਸੀਂ ਜਿਹੜੇ ਬਾਰਡਰ ਆ ਖੋਲ੍ਹਣ ਜਾ ਰਹੇ ਨੇ, ਉਹਦੇ ਵਿੱਚ ਉਹ ਆਪਣੇ ਗੁਆਂਢੀ ਮੁਲਕ ਨਿਊਜ਼ੀਲੈਂਡ ਲਈ ਕੀ ਹਦਾਇਤਾਂ ਰੱਖਦੇ ਨੇ, ਭਾਰਤ ਵਰਗੇ ਮੁਲਕ ਲਈ ਕੀ ਹਦਾਇਤਾਂ ਰੱਖਦੇ ਨੇ, ਜਿਸ ਦੇ ਨਾਲ ਕੈਨੇਡਾ ਨੇ ਜਿਹੜੀਆਂ ਅਸੀਂ ਡਾਇਰੈਕਟ ਫਲਾਈਟਾਂ ਕਾਫੀ ਸਮਾਂ ਬੰਦ ਕਰੀ ਰੱਖੀਆਂ, ਜੋ ਹੁਣ 27 ਸਤੰਬਰ ਤੋਂ ਸ਼ੁਰੂ ਹੋਈਆਂ ਨੇ। ਇਸ ਤੋਂ ਇਲਾਵਾ ਅਮਰੀਕਾ, ਇੰਗਲੈਂਡ ਨਾਲ ਕਿਸ ਤਰੀਕੇ ਦਾ ਜਿਹੜਾ ਵਿਵਹਾਰ ਕਰਨਗੇ, ਉਹਨਾਂ ਲਈ ਕਿੰਨੀਆਂ ਫਲਾਈਟਾਂ ਖੁੱਲਣਗੇ, ਜਾਂ ਉੱਥੋਂ ਦੇ ਲੋਕਾਂ ਲਈ ਕਿਸ ਤਰੀਕੇ ਦੀਆਂ ਹਦਾਇਤਾਂ ਜਾਰੀ ਕਰਨਗੇ, ਕੁਆਰੰਟੀਨ ਕਰਨਾ ਪਵੇਗਾ ਜਾਂ ਵੈਕਸੀਨੇਸ਼ਨ ਜਿਹੜੀ ਉਹ ਜ਼ਰੂਰੀ ਹੋਵੇਗੀ,
किस तरीके का इलाज है। पर इन्ना जरूर है कि आस्ट्रेलिया ने अपने अंदर भी इस तरीके दी एक सूबे तो दूजे सूबे जाने ਲਈ ਜਿਹੜੀਆਂ ਹਦਾਇਤਾਂ ਉਹ ਲਾਈਆਂ ਹੋਈਆਂ ਸੀਗੀਆਂ। ਹੁਣ ਕਈ ਥਾਵਾਂ ਤੇ ਜਿਹੜਾ ਵੈਕਸੀਨੇਸ਼ਨ ਰੇਟ ਹੈ ਉੱਥੇ ਵੀ 80% ਤੋਂ ਉੱਪਰ ਪਹੁੰਚ ਗਿਆ ਵਾ, ਜਿਸ ਤੋਂ ਬਾਅਦ ਇਹ ਫਲੈਟਾਂ ਖੁੱਲੀਆਂ ਜਾ ਰਹੀਆਂ ਨੇ। ਹਾਲਾਂਕਿ ਹੁਣ ਵੀ ਉੱਥੇ ਖਬਰਾਂ ਜਦੋਂ ਅਸੀਂ ਦੇਖਦੇ ਹਾਂ ਕਿ ਜੇਕਰ ਕਿਤੇ ਇੱਕ ਵੀ ਮਾਮਲਾ ਸਾਹਮਣੇ ਆ ਜਾਂਦਾ ਆ ਤਾਂ ਉਸ ਤੋਂ ਬਾਅਦ ਵੀ ਉੱਥੇ ਲੋਕਡਾਊਨ ਦੀ ਚਰਚਾ ਹੋਣੀ ਸ਼ੁਰੂ ਹੋ ਜਾਂਦੀ ਆ, ਹਦਾਇਤਾਂ ਜਾਰੀ ਕਰ ਦਿੱਤੀਆਂ ਜਾਂਦੀਆਂ ਨੇ। ਸੋ ਹੁਣ ਆਸਟ੍ਰੇਲੀਆ 'ਚ ਬਹੁਤ ਸਾਰਾ ਪੰਜਾਬੀ ਭਾਈਚਾਰਾ ਵਸਦਾ ਆ ਔਰ ਬਹੁਤ ਸਾਰਾ ਪੰਜਾਬੀ ਭਾਈਚਾਰਾ ਉੱਥੇ ਵਿਜ਼ਿਟ ਵੀ ਕਰਦਾ ਆ, ਆਪਣੇ ਪਰਿਵਾਰਾਂ ਨੂੰ ਮਿਲਣ ਵੀ ਜਾਂਦਾ ਆ। ਉੱਥੋਂ ਵੀ ਲੋਕ ਜਿਹੜੇ ਆ ਵਾਪਸ ਪੰਜਾਬ ਆਉਂਦੇ ਨੇ, ਭਾਰਤ ਆਉਂਦੇ ਨੇ, ਮਿਲ ਕੇ ਜਾਂਦੇ ਨੇ। ਉਹਨਾਂ ਲਈ ਇੱਕ ਚੰਗੀ ਖਬਰ ਆ ਕਿ ਅਖੀਰ ਤੋਂ ਜਾ ਕੇ ਜਿਹੜਾ ਹੁਣ ਆਸਟ੍ਰੇਲੀਆ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਕਿ ਉਹਨਾਂ ਵੱਲੋਂ ਜਿਹੜੀਆਂ ਫਲੈਟਾਂ ਖੋਲ੍ਹੀਆਂ ਜਾਣਗੀਆਂ, ਪਰ ਹਾਲੇ ਫਿਰ ਵੀ ਦਿਲਚਸਪੀ ਬਣੀ ਹੋਈ ਆ ਕਿ ਉਹਨਾਂ ਵੱਲੋਂ ਨਿਯਮ ਕਿਸ ਤਰੀਕੇ ਤੇ ਰੱਖੇ ਜਾਣਗੇ। ਜੀ ਬਿਲਕੁਲ। ਸੋ ਮਨਦੀਪ ਜੀ, ਅਲਬਰਟਾ ਦੇ ਜੋ ਹਾਲਾਤ ਬਣੇ ਹੋਏ ਨੇ ਅਸੀਂ ਰੋਜ਼ਾਨਾ ਉਸ ਦਾ ਜ਼ਿਕਰ ਤਾਂ ਕਰਦੇ ਹਾਂ, ਪਰ ਇੱਕ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਜਿਵੇਂ ਕੱਲ ਅਲਬਰਟਾ ਤੋਂ ਖਬਰ ਆਈ ਸੀ ਕਿ ਉਹਨਾਂ ਵੱਲੋਂ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਤੋਂ ਮਦਦ ਲੈਣ ਦੇ ਵਾਸਤੇ ਮਨਾ ਕਰ ਦਿੱਤਾ ਗਿਆ, ਪਰ ਅੱਜ ਇਸ ਬਾਰੇ ਖਬਰ ਸਾਹਮਣੇ ਆ ਰਹੀ ਹੈ ਕਿ ਓਟਵਾ ਅਤੇ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਦੇ ਵੱਲੋਂ ਮਦਦ ਭੇਜੀ ਜਾਵੇਗੀ, ਜਿਸ ਦੀ ਜਾਣਕਾਰੀ ਖੁਦ ਪ੍ਰੀਮੀਅਰ ਜੇਸਨ ਕੈਨੀ ਵੱਲੋਂ ਸਾਂਝੀ ਕੀਤੀ ਗਈ ਹੈ। ਜੀ ਬਿਲਕੁਲ, ਕਿਉਂਕਿ ਅਲਬਰਟਾ ਦੇ ਵਿੱਚ ਜਿਹੜੇ ਹਾਲਾਤ ਆ ਦਿਨ ਬ ਦਿਨ ਜਿਹੜੇ ਉਹ ਖਰਾਬ ਹੋ ਰਹੇ ਨੇ। ਔਰ ਜੇਕਰ ਅਸੀਂ ਪਹਿਲਾਂ ਦਰਸ਼ਕਾਂ ਨਾਲ ਅੱਜ ਦੀ ਰਿਪੋਰਟ ਸਾਂਝੀ ਕਰ ਦਈਏ ਤਾਂ ਅੱਜ ਵੀ ਜਿਹੜਾ ਉੱਥੇ 1630 ਨਵੇਂ ਕਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਨੇ ਔਰ 17 ਲੋਕਾਂ ਦੀ ਮੌਤ ਜਿਹੜੀ ਹੋ ਗਈ ਆ। ਔਰ ਇਹਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ 20,215 ਐਕਟਿਵ ਕੇਸ ਇਸ ਵਕਤ ਜਿਹੜੇ ਆ ਉਹ ਅਲਬਰਟਾ ਦੇ ਵਿੱਚ ਨੇ। ਸੋ ਇੱਕ ਵੱਡੀ ਗਿਣਤੀ ਹੈ ਐਕਟਿਵ ਕੇਸਾਂ ਦੀ। ਸੋ ਇਹਦੇ ਨਾਲ ਹੀ ਹੁਣ ਜੇਕਰ ਅਸੀਂ ਗੱਲ ਕਰੀਏ ਤਾਂ ਗੱਲ ਮਦਦ ਦੀ ਕੀਤੀ ਜਾ ਰਹੀ ਸੀਗੀ। ਸੋ ਇਹਦੇ ਵਿੱਚ ਪਹਿਲਾਂ ਵੱਖ-ਵੱਖ ਪ੍ਰੋਵਿੰਸਸ ਨੇ ਆਫਰ ਕੀਤਾ ਸੀਗਾ ਕਿ ਅਸੀਂ ਮਦਦ ਕਰ ਸਕਦੇ ਹਾਂ ਇਸ ਔਖੇ ਵੇਲੇ। ਸੋ ਲੇਟੈਸਟ ਜਿਹੜੀ ਸੀ ਉਹ ਨਿਊ ਫਾਊਂਡਲੈਂਡ ਤੇ ਲੈਬਰਾਡੋਰ ਦੇ ਪ੍ਰੀਮੀਅਰ ਨੇ ਕਿਹਾ ਸੀ ਕਿ ਅਸੀਂ ਅਲਬਰਟਾ ਦੀ ਮਦਦ ਕਰਨ ਲਈ ਤਿਆਰ ਆ। ਸੋ ਪਹਿਲਾਂ ਤਾਂ ਨਾ ਕਰ ਦਿੱਤੀ ਸੀ, ਪਰ ਹੁਣ ਜਿਹੜੇ ਜੈਸਨ ਕੈਨੀਆਂ ਥੋੜੇ ਕੂਲੇ ਪੈਂਦੇ ਜਿਹੜੇ ਉਹ ਨਜ਼ਰ ਆ ਰਹੇ ਨੇ। ਸੋ ਓਟਵਾ ਤੋਂ ਵੀ ਮਦਦ ਹੁਣ ਜਾ ਰਹੀ ਆ, ਉਹ ਵੀ ਮਦਦ ਜਿਹੜੀ ਆ ਪ੍ਰਵਾਨ ਕਰ ਲਈ ਆ। ਸੋ ਕੁਝ ਕੁ ਜਿਹੜੇ ਅਸੀਂ ਆਰਮੀ ਦਾ ਸੰਬੰਧਿਤ ਕਹਿ ਸਕਦੇ ਹਾਂ ਕਿ ਹੈਲਥ ਵਰਕਰ ਆ ਉਹ ਜਾ ਰਹੇ ਨੇ। ਇਸ ਤੋਂ ਇਲਾਵਾ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਓਟਵਾ ਵੱਲੋਂ ਉਡੀਕ ਵੀ ਕੀਤੀ ਜਾ ਰਹੀ ਆ ਕਿ ਅਲਬਰਟਾ ਨੂੰ ਕਿਸ ਤਰੀਕੇ ਦੀ ਮਦਦ ਜਿਹੜੀ ਉਹ ਚਾਹੀਦੀ ਆ। ਅਲਬਰਟਾ ਇਹ ਆਪਣੀ ਇੱਕ ਲਿਸਟ ਜਿਹੜੀ ਆ ਇਸ ਤਰੀਕੇ ਦੀ ਜਾਂ ਦੱਸ ਸਕਦਾ ਆ ਓਟਵਾ ਨੂੰ ਕਿ ਕਿਹੜੇ-ਕਿਹੜੇ ਖੇਤਰ ਦੇ ਵਿੱਚ ਉਹਨੂੰ ਮਦਦ ਦੀ ਲੋੜ ਆ, ਕੀ ਮੈਡੀਕਲ ਸਪਲਾਈ ਚਾਹੀਦੀ ਆ। ਸੋ ਉਸ ਤਰੀਕੇ ਦੀ ਮਦਦ ਵੀ ਇਸ ਵਕਤ ਓਟਵਾ ਵੱਲੋਂ ਜਿਹੜੀ ਉਹ ਕਰਨ ਲਈ ਤਿਆਰੀ ਕੀਤੀ ਜਾ ਰਹੀ ਆ। ਪਰ ਓਟਵਾ ਵੱਲੋਂ ਇਹ ਉਡੀਕ ਕੀਤੀ ਜਾ ਰਹੀ ਹੈ ਇਸ ਵਕਤ ਜੋ ਤਾਜ਼ਾ ਖਬਰ ਸਾਹਮਣੇ ਆਈ ਸੀ ਕਿ ਹੋਰ ਕਿਸ ਤਰੀਕੇ ਦੀ ਮੈਡੀਕਲ ਸਪਲਾਈ ਜਾਂ ਹੋਰ ਕੀ ਚਾਹੀਦਾ ਵਾ ਅਲਬਰਟਾ ਨੂੰ। ਸੋ ਉਸ ਤਰੀਕੇ ਦੀ ਮਦਦ ਵੀ ਜਿਹੜੀ ਉਹ ਕਰਨ ਲਈ ਤਿਆਰ ਆ। ਪਰ ਇਸ ਵਕਤ ਜਿਹੜੇ ਆ ਇੰਨਾ ਜ਼ਰੂਰ ਆ ਕਿ ਜੇਸਨ ਕੈਨੀ ਦੀ ਆਲੋਚਨਾ ਜਿਹੜੀ ਆ ਪੂਰੇ ਕੈਨੇਡਾ 'ਚ ਹੀ ਹੋਣੀ ਸ਼ੁਰੂ ਹੋ ਗਈ ਆ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਹੈਂਡਲ ਕੀਤਾ। ਇੱਕ ਖਿੱਚ ਦਾ ਕੇਂਦਰ ਇਸ ਵਕਤ ਅਲਬਰਟਾ ਬਣ ਗਿਆ। ਇਹ ਕੁਝ ਜੇਸਨ ਕੈਨੀ ਦੇ ਆਪਣੀ ਪਾਰਟੀ ਦੇ ਵਿਧਾਇਕ ਜਿਹੜੇ ਆ, ਕੁਝ ਹੋਰ ਜਿਹੜੇ ਲੋਕ ਆ, ਡਾਕਟਰ ਆ, ਉਹਨਾਂ ਨੇ ਵੀ ਇਹ ਕਿਹਾ ਸੀ ਕਿ ਅਲਬਰਟਾ ਦਾ ਬ੍ਰਾਂਡ ਖਤਮ ਜਿਹੜਾ ਵਾ ਉਹ ਖਰਾਬ ਹੋਣ ਦਾ ਖਦਸ਼ਾ ਉਹਨਾਂ ਨੇ ਜਤਾਇਆ ਸੀ ਕਿ ਇਸ ਤਰੀਕੇ ਨਾਲ ਜਿਹੜੀ ਬਦਨਾਮੀ ਹੋ ਸਕਦੀ ਆ। ਖੈਰ ਇਸ ਵਕਤ ਚਰਚਾ ਹੋ ਰਹੀ ਆ ਅਲਬਰਟਾ ਦੀ ਕਿ ਉੱਥੇ ਕਿਸ ਤਰੀਕੇ ਨਾਲ ਕੋਵਿਡ ਆਪਣਾ ਕਹਿਰ ਮਚਾ ਰਿਹਾ। ਜੀ ਸੋ ਮਨਦੀਪ ਜੀ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਇੱਕ ਵਾਰ ਫਿਰ ਤੋਂ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਦੇ ਵਾਸਤੇ ਐਲਾਨ ਕੀਤਾ ਗਿਆ ਹੈ। ਪਹਿਲਾਂ ਜਿਹੜੇ ਕੁਝ ਗ੍ਰੇਡ ਦੇ ਵਿਦਿਆਰਥੀਆਂ ਦੇ ਵਾਸਤੇ ਕਿਹਾ ਗਿਆ ਸੀ, ਪਰ ਹੁਣ ਕਿੰਡਰਗਾਰਟਨ ਤੋਂ ਲੈ ਕੇ ਗ੍ਰੇਡ 12 ਤੱਕ ਵਿਦਿਆਰਥੀਆਂ ਦੇ ਲਈ ਜ਼ਰੂਰੀ ਹੋਵੇਗਾ ਕਿ ਉਹ ਮਾਸਕ ਪਹਿਨਣ। ਸੋ ਬ੍ਰਿਟਿਸ਼ ਕੋਲੰਬੀਆ ਵੱਲੋਂ ਜੋ ਇਹ ਫੈਸਲਾ ਲਿਆ ਗਿਆ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ, ਕਿਉਂਕਿ ਕੇਸ ਜਿਹੜੇ ਆ ਉਹ ਲਗਾਤਾਰ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਵੱਧਦੇ ਨਜ਼ਰ ਆ ਰਹੇ ਨੇ, ਠੱਲਣ ਦਾ ਨਾਮ ਨਹੀਂ ਲੈ ਰਹੇ। ਹਾਲਾਂਕਿ ਵੈਕਸੀਨੇਸ਼ਨ ਰੇਟ ਵੱਡੀ ਪੱਧਰ ਤੇ ਹੋ ਚੁੱਕਾ ਆ। ਪਹਿਲੀ ਡੋਜ਼ ਜਿਹੜੀ ਆ ਉਹ 88% ਤੋਂ ਵੱਧ ਲੋਕਾਂ ਦੇ ਲੱਗ ਚੁੱਕੀ ਆ। ਦੂਜਾ ਟੀਕਾ ਵੀ ਜਿਹੜਾ ਵਾ ਉਹ 80% ਵੱਧ ਲੋਕਾਂ ਦੇ ਲੱਗ ਚੁੱਕਾ। ਪਰ ਜਿਹੜੇ ਲੋਕਾਂ ਦੇ ਵੈਕਸੀਨੇਸ਼ਨ ਨਹੀਂ ਲੱਗੀ ਹਾਲੇ ਤੱਕ, ਜਿਹੜੇ ਵੈਕਸੀਨੇਟਡ ਨਹੀਂ ਹੋਏ, ਉਹਨਾਂ 'ਚੋਂ ਇਸ ਵਕਤ ਵੱਧ ਕੇਸ ਸਾਹਮਣੇ ਆ ਰਹੇ ਆ। ਔਰ ਜਿਸ ਕਰਕੇ ਅਸੀਂ ਦੇਖ ਰਹੇ ਹਾਂ ਕਿ ਸਕੂਲਾਂ ਦੇ ਵਿੱਚ ਵੀ ਕੇਸ ਆ ਰਹੇ ਆ, ਕਿਉਂਕਿ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕੇ ਜਿਹੜੇ ਆ ਉਹ ਨਹੀਂ ਲੱਗੇ ਆ। ਸੋ ਸਕੂਲ ਦੇ ਵਿੱਚ ਜਿੱਥੋਂ ਤੱਕ ਮਾਸਕ ਦੀ ਗੱਲ ਆ, ਕੱਲ ਖਬਰ ਆਈ ਸੀ ਕਿ ਸਰੀ ਦੇ 2 ਸਕੂਲਾਂ ਨੇ ਆਪਣੇ ਆਪ ਇਹ ਕਹਿ ਦਿੱਤਾ ਹੈ ਕਿ ਜਿਹੜੇ ਬੱਚੇ ਉਹਨਾਂ ਦੇ ਸਕੂਲਾਂ ਵਿੱਚ ਮਾਸਕ ਪਾਉਣਗੇ। ਸੋ ਅੱਜ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ। ਹੋ ਸਕਦਾ ਕਿ ਸਕੂਲਾਂ ਵੱਲੋਂ ਇਹ ਕੋਈ ਅਪੀਲ ਕੀਤੀ ਗਈ ਹੋਵੇ ਜਾਂ ਮਾਪਿਆਂ ਵੱਲੋਂ ਮੰਗ ਕੀਤੀ ਗਈ ਹੋਵੇ, ਜਾਂ ਫਿਰ ਸਰਕਾਰ ਨੇ ਆਪ ਦੇਖਿਆ ਕਿ ਸਕੂਲ ਇਸ ਤਰੀਕੇ ਦਾ ਇਨੀਸ਼ੀਏਟਿਵ ਲੈ ਰਹੇ ਨੇ ਕਿ ਜਿਹੜੇ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਕਿੰਡਰਗਾਰਟਨ ਤੋਂ ਲੈ ਕੇ ਜਿਹੜਾ ਵਾ ਗ੍ਰੇਡ 12 ਤੱਕ ਵੀ ਹੁਣ ਬੱਚਿਆਂ ਨੂੰ ਮਾਸਕ ਜਿਹੜੇ ਆ ਉਹ ਪਾਉਣੇ ਪੈਣਗੇ। ਸੋ ਅੱਜ ਅਫੀਸ਼ੀਅਲ ਅਨਾਉਂਸਮੈਂਟ ਹੋ ਗਈ ਆ। ਪਰ ਇੰਨਾ ਜ਼ਰੂਰ ਹੈ ਕਿ ਵੈਕਸੀਨੇਸ਼ਨ ਰੇਟ ਅਪ ਕਰਨ ਲਈ ਵੀ ਗੱਲ ਕੀਤੀ ਜਾ ਰਹੀ ਆ। ਔਰ ਹੁਣ ਗੱਲ ਇਹ ਵੀ ਚੱਲ ਰਹੀ ਹੈ ਕਿ ਜਿਹੜੇ 12 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਉਹਨਾਂ ਲਈ ਵੀ ਜਿਹੜੇ ਵੈਕਸੀਨੇਸ਼ਨ ਦਾ ਪ੍ਰਬੰਧ ਕੀਤਾ ਜਾਵੇ।
ਜੀ ਬਿਲਕੁਲ। ਸੋ ਮਨਦੀਪ ਜੀ, ਅਸੀਂ ਇਮੀਗ੍ਰੇਸ਼ਨ ਦੇ ਨਾਲ ਵੀ ਸੰਬੰਧਿਤ ਜਾਣਕਾਰੀ ਤੁਹਾਡੇ ਤੋਂ ਹਾਸਿਲ ਕਰਨਾ ਚਾਹਾਂਗੇ, ਕਿਉਂਕਿ ਉਮੀਦ ਕੀਤੀ ਜਾ ਰਹੀ ਸੀ ਕਿ ਕੱਲ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਐਕਸਪ੍ਰੈਸ ਐਂਟਰੀ ਡਰਾਅ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ, ਕਿਉਂਕਿ ਇਸ ਤੋਂ ਇੱਕ ਦਿਨ ਪਹਿਲਾਂ ਪੀਐਨਪੀ ਸਪੈਸੀਫਿਕ ਡਰਾਅ ਕੱਢਿਆ ਗਿਆ ਸੀ। ਪਰ ਇਹ ਡਰਾਅ ਇਸ ਵਾਰ ਵੀ ਨਹੀਂ ਨਿਕਲਿਆ, ਪਹਿਲਾਂ ਵੀ ਇੱਕ ਵਾਰ ਮਿਸ ਹੋ ਚੁੱਕਾ ਹੈ। ਕਈ ਲੋਕ ਉਮੀਦ ਕਰ ਰਹੇ ਨੇ, ਕਈਆਂ ਨੂੰ ਲੱਗਦਾ ਹੈ ਕਿ ਹੁਣ ਵੱਡਾ ਡਰਾਅ, ਕੋਈ ਸਰਪ੍ਰਾਈਜ਼ ਜਿਹੜਾ ਮਿਲ ਸਕਦਾ ਹੈ, ਪਰ ਦੋ ਵਾਰੀ ਇਹ ਡਰਾਅ ਜਿਹੜਾ ਮਿਸ ਹੋ ਚੁੱਕਿਆ ਹੈ। ਸੋ ਇਮੀਗ੍ਰੇਸ਼ਨ ਦੀ ਇਸ ਸਮੇਂ ਕੀ ਸਥਿਤੀ ਬਣੀ ਹੋਈ ਹੈ? ਬਿਲਕੁਲ ਜਿਹੜਾ ਤੁਸੀਂ ਪਿਛਲਾ ਜ਼ਿਕਰ ਕਰ ਰਹੇ ਹੋ ਕਿ ਡਰਾਅ ਮਿਸ ਹੋਇਆ, ਔਰ ਜਦੋਂ ਡਰਾਅ ਮਿਸ ਹੋਇਆ ਸੀ ਉਸ ਤੋਂ ਬਾਅਦ ਵੀ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਹੁਣ ਜਿਹੜਾ ਵਾ ਯਾਤਰਾ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਨੇ, ਕਿ ਸ਼ਾਇਦ ਹੁਣ ਅਜਿਹਾ ਡਰਾਅ ਖੁੱਲੇਗਾ ਜਿਹਦੇ ਵਿੱਚ ਹੁਣ ਕੈਨੇਡਾ ਤੋਂ ਬਾਹਰ ਬੈਠੇ ਲੋਕ ਜੋ ਕਿ ਐਕਸਪ੍ਰੈਸ ਐਂਟਰੀ ਜਰੀਏ ਅਪਲਾਈ ਕਰਨਾ ਚਾਹੁੰਦੇ ਨੇ, ਕੈਨੇਡਾ ਆਉਣਾ ਚਾਹੁੰਦੇ ਨੇ, ਉਹਨਾਂ ਲਈ ਜਿਹੜਾ ਡਰਾਅ ਕੱਢਿਆ ਜਾਵੇਗਾ। ਪਰ ਉਸ ਤੋਂ ਅਗਲਾ ਜਿਹੜਾ ਡਰਾਅ ਆਇਆ ਸੀ ਉਹਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਵੀ ਸਕੋਰ ਕਾਫੀ ਉੱਪਰ ਆ ਗਿਆ ਸੀ, 460 ਤੋਂ ਸਕੋਰ ਉੱਪਰ ਆਇਆ ਸੀ। ਸੋ ਕਾਫੀ ਹੈਰਾਨੀਜਨਕ ਸੀ ਸਭ ਲਈ ਉਹ, ਕਿਉਂਕਿ ਉਮੀਦ ਕੁਝ ਹੋਰ ਕੀਤੀ ਜਾ ਰਹੀ ਸੀ, ਆ ਕੁਝ ਹੋਰ ਗਿਆ, ਕਿਉਂਕਿ ਉਸ ਤੋਂ ਪਹਿਲਾਂ ਲਗਾਤਾਰ 400 404 ਦੇ ਆਸ-ਪਾਸ ਦਾ ਸਕੋਰ ਦਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾਅ ਕੱਢਿਆ ਜਾ ਰਿਹਾ ਸੀਗਾ। ਪਰ ਉਸ ਤੋਂ ਬਾਅਦ ਇੱਕਦਮ ਜਿਹੜਾ ਸੀ ਸਕੋਰ 462 ਤੇ ਪਹੁੰਚ ਗਿਆ ਅਤੇ ਸੀਗਾ ਵੀ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ। ਹੁਣ ਇਸ ਹਫਤੇ ਵੀ ਸਿਰਫ ਪੀਐਨਪੀ ਸਪੈਸੀਫਿਕ ਡਰਾਅ ਕੱਢਿਆ ਗਿਆ, ਜਿਹਦੇ ਵਿੱਚ 761 ਲੋਕਾਂ ਨੂੰ ਇਨਵੀਟੇਸ਼ਨ ਦਿੱਤਾ ਗਿਆ। ਪਰ ਕੈਨੇਡੀਅਨ ਐਕਸਪੀਰੀਅੰਸ ਜਿਹੜਾ ਡਰਾਅ ਸੀਗਾ ਉਹ ਇਸ ਵਾਰ ਫਿਰ ਰੋਕ ਲਿਆ ਗਿਆ। ਪਰ ਹੁਣ ਇੱਕ ਵਾਰੀ ਫਿਰ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਉਸੇ ਤਰੀਕੇ ਦਾ ਡਰਾਅ ਨਿਕਲ ਸਕਦਾ ਹੈ ਜਿਸ ਤਰੀਕੇ ਦੇ ਡਰਾਅ ਕੋਵਿਡ ਤੋਂ ਪਹਿਲਾਂ ਨਿਕਲਦੇ ਹੁੰਦੇ ਸੀ। ਫੈਡਰਲ ਸਕਿਲਡ ਜਿਹੜੇ ਲੈਵਲ ਦੇ ਡਰਾਅ ਨਿਕਲਦੇ ਹੁੰਦੇ ਸੀ, ਜਿਹਦੇ ਵਿੱਚ ਜੋ ਕੈਨੇਡਾ ਤੋਂ ਬਾਹਰ ਲੋਕ ਬੈਠੇ ਨੇ, ਹੁਨਰਮੰਦ ਕਾਮੇ ਬੈਠੇ ਨੇ, ਜਿਨ੍ਹਾਂ ਨੇ ਇਹਦੇ ਵਿੱਚ ਅਪਲਾਈ ਕੀਤਾ, ਫਾਈਲਾਂ ਪੂਲ 'ਚ ਪਾਈਆਂ ਹੋਈਆਂ ਨੇ, ਉਹਨਾਂ ਸੰਬੰਧੀ ਕੋਈ ਡਰਾਅ ਨਿਕਲ ਸਕਦਾ ਆ। ਸੋ ਇੱਕ ਤਾਂ ਇਹ ਚਰਚਾ ਚੱਲ ਰਹੀ ਹੈ ਕਿ ਉਹ ਕਿਸੇ ਵੀ ਵਕਤ ਸਰਕਾਰ ਉਸ ਤਰੀਕੇ ਦਾ ਡਰਾਅ ਜਿਹੜਾ ਉਹ ਕੱਢ ਸਕਦੀ ਆ। ਇੱਕ ਚਰਚਾ ਇਹ ਵੀ ਚੱਲ ਰਹੀ ਆ ਇੰਦਰਪ੍ਰੀਤ ਜੀ ਕਿ ਜਿਹੜਾ ਕੋਟਾ ਇਸ ਵਕਤ ਰੱਖਿਆ ਹੋਇਆ, ਜੋ ਟਾਰਗੇਟ, ਕਿਉਂਕਿ 2020 ਵਿੱਚ ਵੀ ਟਾਰਗੇਟ ਪੂਰਾ ਨਹੀਂ ਹੋਇਆ, ਟਾਰਗੇਟ ਜਿਹੜਾ ਸੀ 3,80,000 ਤੋਂ ਵੱਧ ਦਾ ਸੀਗਾ, ਪਰ ਜਿਹੜਾ ਸੀ ਸਿਰਫ 1,84,000 ਲੋਕਾਂ ਨੂੰ ਹੀ ਇਮੀਗ੍ਰੇਸ਼ਨ ਦਿੱਤੀ ਗਈ ਤੇ ਟਾਰਗੇਟ ਤੋਂ ਕਾਫੀ ਪਿੱਛੇ ਸਰਕਾਰ ਰਹਿ ਗਈ। ਸੋ ਇਸ ਵਾਰ ਵੀ ਲੱਗਦਾ ਕਿ ਹੱਲੇ ਵੀ ਜਿਹੜੀ ਆ ਉਹ ਕਾਫੀ ਪਿੱਛੇ ਸਰਕਾਰ ਆਪਣੇ ਟਾਰਗੇਟ ਤੋਂ ਚੱਲ ਰਹੀ ਹੈ, ਕਿਉਂਕਿ ਟਾਰਗੇਟ 4,01,000 ਦਾ ਆ ਤੇ ਹੱਲੇ ਉੱਥੋਂ ਤੱਕ ਸਰਕਾਰ ਪਹੁੰਚਦੀ ਨਜ਼ਰ ਨਹੀਂ ਆ ਰਹੀ ਆ। ਤੇ ਇਸ ਵਕਤ 10ਵਾਂ ਮਹੀਨਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ, ਸਤੰਬਰ ਮਹੀਨਾ ਵੀ ਜਿਹੜਾ ਉਹ ਲੰਘ ਚੁੱਕਾ ਆ ਤੇ ਹੁਣ ਕੁਝ ਤਾਂ ਕੁਝ ਸਰਕਾਰ ਨੂੰ ਵੱਡਾ ਕਦਮ ਚੁੱਕਣਾ ਪਵੇਗਾ ਜੇਕਰ ਇਸ ਵਾਰ ਵੀ ਉਹਨਾਂ ਨੇ ਆਪਣਾ ਜਿਹੜਾ ਵਾ ਟਾਰਗੇਟ ਪੂਰਾ ਕਰਨਾ ਆ, ਕਿਉਂਕਿ ਇਸ ਆਖਰੀ ਕੁਆਟਰ ਦੇ ਵਿੱਚ ਵੀ ਕੁਝ ਨਾ ਕੁਝ ਵੱਡਾ ਕਰਨਾ ਪਵੇਗਾ। ਹਾਲਾਂਕਿ ਅਸੀਂ ਦੇਖਿਆ ਕਿ ਪਹਿਲੇ ਕੁਆਟਰ ਦੇ ਵਿੱਚ ਫਰਵਰੀ ਵਿੱਚ 27,000 ਦਾ ਇੱਕ ਇਨਵੀਟੇਸ਼ਨ ਕੱਢਿਆ ਗਿਆ, ਦੂਜੇ ਕੁਆਟਰ ਦੇ ਜੇਕਰ ਅਸੀਂ ਦੇਖੀਏ ਤਾਂ ਉੱਥੇ ਆ ਕੇ ਇੱਕ 90,000 ਫਾਈਲਾਂ ਵਾਲਾ ਜਿਹੜਾ ਸੀ ਉਹ ਪ੍ਰੋਗਰਾਮ ਤਿਆਰ ਕੀਤਾ ਗਿਆ, ਜਿਸ 'ਚ 40,000 ਜਿਹੜੇ ਸੀ ਸਟੂਡੈਂਟ ਸੀਗੇ, ਫਿਰ ਕੁਝ 30,000 ਦੇ ਨੇੜੇ ਜਿਹੜੇ ਸੀ ਵਰਕਰ ਸੀਗੇ, ਸੋ 20,000 ਹੈਲਥ ਕਾਮੇ ਉਹ 'ਚ ਸ਼ਾਮਲ ਕੀਤੇ ਗਏ। ਸੋ ਹੁਣ ਇਹ ਜਿਹੜਾ ਤੀਜਾ ਕੁਆਟਰ ਹੈ ਸਾਲ ਦਾ, ਇਹਦੇ ਵਿੱਚ ਵੀ ਚਰਚਾ ਚੱਲ ਰਹੀ ਹੈ ਕਿ ਸਰਕਾਰ ਇੱਕ ਵਾਰੀ ਫਿਰ ਕੋਈ ਵੱਡਾ ਕਦਮ ਚੁੱਕ ਸਕਦੀ ਆ ਤਾਂ ਕਿ ਉਹ ਆਪਣਾ ਜਿਹੜਾ ਵਾ ਟਾਰਗੇਟ ਹੈ 4,01,000 ਦਾ ਪੂਰਾ ਕਰ ਸਕੇ। ਸੋ ਹਾਲਾਂਕਿ ਕੁਝ ਕੁ ਲੋਕ ਅਸੀਂ ਦੇਖ ਰਹੇ ਸੀ ਸੋਸ਼ਲ ਮੀਡੀਆ ਤੇ ਮਾਯੂਸ ਵੀ ਹੋ ਰਹੇ ਸੀਗੇ, ਉਦਾਸ ਹੋ ਰਹੇ ਸੀ ਕਿ ਇਸ ਵਾਰ ਫਿਰ ਜਿਹੜਾ ਸੀ ਉਹ ਡਰਾਅ ਨਹੀਂ ਨਿਕਲਿਆ। ਪਰ ਇੱਥੇ ਉਮੀਦ ਇਹ ਵੀ ਆ ਕਿ ਸਰਕਾਰ ਇਸ ਵਾਰ ਕਾਫੀ ਗੰਭੀਰ ਆ ਕਿ ਪਿਛਲੇ ਸਾਲ ਵਾਂਗ ਜਿਹੜਾ ਸੀ ਇੱਕ ਵੀ ਅਸੀਂ ਕਿਤੇ ਟਾਰਗੇਟ ਤੋਂ ਪਿੱਛੇ ਨਾ ਰਹਿ ਜਾਈਏ। ਸੋ ਕੁਝ ਵੱਡਾ ਵੀ ਹੋ ਸਕਦਾ ਹੈ, ਕੁਝ 90,000 ਫਾਈਲ ਵਰਗਾ ਵੀ ਹੋ ਸਕਦਾ ਆ, ਕੁਝ ਉੱਦਾਂ ਦਾ ਵੀ ਹੋ ਸਕਦਾ ਜਿੱਦਾਂ ਦਾ ਫਰਵਰੀ 'ਚ ਹੋਇਆ ਸੀ 75 ਪੁਆਇੰਟ ਵਰਗਾ ਜਿਹੜਾ ਸੀ ਉੱਦਾਂ ਦਾ ਵੀ ਹੋ ਸਕਦਾ ਆ, ਔਰ ਇਸ ਤੋਂ ਕੁਝ ਵੱਖਰਾ ਵੀ ਹੋ ਸਕਦਾ ਆ। ਇਹ ਹੁਣ ਸਰਕਾਰ ਜਾਣਦੀ ਆ, ਸਰਕਾਰ ਇਸ ਸੰਬੰਧੀ ਕੁਝ ਵੀ ਸਾਂਝਾ ਨਹੀਂ ਕਰ ਰਹੀ, ਪਰ ਇਹ ਗੱਲ ਸਰਕਾਰ ਜ਼ਰੂਰ ਕਹਿ ਰਹੀ ਹੈ ਕਿ ਅਸੀਂ ਸੀਰੀਅਸ ਆ ਇਸ ਸੰਬੰਧੀ ਕਿ ਅਸੀਂ ਆਪਣਾ ਟਾਰਗੇਟ ਪੂਰਾ ਕਰਨਾ ਆ। ਸੋ ਇਹਨਾਂ ਮਗਰਲੇ 3 ਮਹੀਨਿਆਂ 'ਚ ਹੁਣ ਸਰਕਾਰ ਇਸ ਟਾਰਗੇਟ ਨੂੰ ਪੂਰਾ ਕਰਨ ਲਈ ਕੀ ਕਰਦੀ ਆ, ਇਹ ਵੱਡਾ ਸਵਾਲ ਆ। ਪਰ ਇੰਨਾ ਜ਼ਰੂਰ ਆ ਕਿ ਸਰਕਾਰ ਰਿਪੀਟ ਹੋਈ ਆ, ਕਮਾਂਡ ਇੱਕ ਵਾਰੀ ਫੇਰ ਲਿਬਰਲ ਪਾਰਟੀ ਕੋਲ ਆ, ਸੋ ਉਹ ਆਪਣੇ ਟਾਰਗੇਟ ਜਿਹੜੇ ਆ ਉਹ ਚੇਂਜ ਨਹੀਂ ਕਰੇਗੀ। ਜੇਕਰ ਕੋਈ ਹੋਰ ਸਰਕਾਰ ਆਉਂਦੀ ਤਾਂ ਕਿਹਾ ਜਾ ਸਕਦਾ ਸੀ ਵੀ ਸ਼ਾਇਦ ਟਾਰਗੇਟ ਚੇਂਜ ਹੋਣਗੇ, ਸ਼ਾਇਦ ਕੋਈ ਤਰੀਕਾ ਚੇਂਜ ਹੋਵੇ, ਕੋਈ ਪਾਲਿਸੀ ਚੇਂਜ ਹੋਣਗੀਆਂ, ਪਰ ਉਹ 'ਚ ਹੁਣ ਕੁਝ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ। ਸੋ ਹੁਣ ਦੇਖਣਾ ਇਹੀ ਬਣਦਾ ਆ ਕਿ ਇਸ ਆਖਰੀ ਕੁਆਟਰ ਦੇ ਵਿੱਚ ਸਰਕਾਰ ਆਪਣਾ ਟਾਰਗੇਟ ਪੂਰਾ ਕਰਨ ਲਈ ਕਿਹੜਾ ਵੱਡਾ ਕਦਮ ਚੁੱਕਦੀ ਹੈ। ਜੀ, ਸੋ ਪ੍ਰੋਗਰਾਮ ਕੈਨੇਡਾ ਨਾਓ ਦੇ ਵਿੱਚ ਅਸੀਂ तमाम ਖਬਰਾਂ ਦੇ ਉੱਪਰ ਵਿਚਾਰ ਚਰਚਾ ਕੀਤੀ ਹੈ। ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਰੋਜ਼ਾਨਾ ਤੁਹਾਡੇ ਸਾਹਮਣੇ ਰੂਬਰੂ ਹੁੰਦੇ ਰਵਾਂਗੇ। ਬਾਕੀ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ। ਫਿਲਹਾਲ ਸਾਨੂੰ ਦਿਓ ਇਜਾਜ਼ਤ।